हाँ जी बच्चे, ਅੱਜ ਦੇ ਇਸ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਕਿ ਸੀ ਦਾ ਇੱਕ ਸਿੰਪਲ ਪ੍ਰੋਗਰਾਮ ਕਿੱਦਾਂ ਰਾਈਟ ਕੀਤਾ ਜਾਂਦਾ ਹੈ। ਤਾਂ ਇਸ ਦੇ ਲਈ ਆਪਾਂ ਜਿਹੜੀ ਐਪ ਮੈਂ ਤੁਹਾਨੂੰ WhatsApp ਗਰੁੱਪ ਤੇ ਦੱਸੀ ਆ ਉਹ ਐਪ ਤੁਸੀਂ ਡਾਊਨਲੋਡ ਕਰ ਲੈਣੀ ਆ ਆਪਣੇ ਮੋਬਾਈਲਸ ਦੇ ਵਿੱਚ, ਤੇ ਇੱਥੇ ਹੀ ਆਪਾਂ ਪ੍ਰੋਗਰਾਮ ਰਨ ਕਰਕੇ ਦੇਖਾਂਗੇ। ਤੇ ਜਿਹੜਾ ਵੀ ਪ੍ਰੋਗਰਾਮ ਤੁਸੀਂ ਇੱਥੇ ਰਾਈਟ ਕਰੋਗੇ ਬੇਟਾ, ਉਹ ਤੁਹਾਡੇ ਫੋਨ ਦੀ ਸਟੋਰੇਜ ਦੇ ਵਿੱਚ ਸੀ ਕੋਡਿੰਗ ਦੇ ਨਾਮ ਅੰਡਰ ਐਪ ਦੇ ਅੰਡਰ ਸੇਵ ਹੋਏਗਾ। ਠੀਕ ਹੈ ਜੀ। ਤਾਂ ਆਪਣਾ ਪਹਿਲਾ ਪ੍ਰੋਗਰਾਮ ਹੈ ਬੇਟਾ ਜਿਹਦੇ ਵਿੱਚ ਆਪਾਂ ਪ੍ਰਿੰਟ ਕਰਾਉਣਾ ਆਪਣਾ ਨਾਮ। ਤਾਂ ਇਹਦੇ ਵਿੱਚ ਜਿਹੜੀ ਪਹਿਲੀ ਸਟੇਟਮੈਂਟ ਹੈ ਪੁੱਤਰ, ਇਹਦੇ ਵਿੱਚ ਸਾਰਿਆਂ ਨਾਲੋਂ ਪਹਿਲਾਂ ਜਿਹੜਾ ਸਿੰਬਲ ਯੂਜ਼ ਕਰ ਰਹੇ ਆ ਉਹ ਹੈ ਆਪਣਾ ਹੈਸ਼ ਸਿੰਬਲ। ਹੈਸ਼ ਸਿੰਬਲ ਦੇ ਨਾਲ ਕੀ ਹੁੰਦਾ ਹੈਗਾ, ਇਹ ਆਪਣੀ ਪ੍ਰੀ ਪ੍ਰੋਸੈਸਿਵ ਡਾਇਰੈਕਟਿਵ ਹੈ। ਇਸ ਤੋਂ ਬਾਅਦ ਕੀਵਰਡ ਆਉਂਦਾ ਇਨਕਲੂਡ। ਹੈਸ਼ ਸਿੰਬਲ ਦਾ ਮਤਲਬ ਹੈ ਕਿ ਹੁਣ ਤੁਸੀਂ ਕੁਛ ਬਣਿਆ ਬਣਾਇਆ ਆਪਣੀ ਫਾਈਲ ਦੇ ਵਿੱਚ ਐਡ ਕਰਨਾ ਹੈ। ਬਣਾ ਬਣਾਇਆ ਮਤਲਬ ਕਿ ਮੈਂ ਜਿਵੇਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ ਕਿ ਸੀ ਨੂੰ ਜਦੋਂ ਇੰਸਟਾਲ ਕਰਦੇ ਹਾਂ ਤਾਂ ਸੀ ਦੇ ਨਾਲ ਉਹਦਾ ਕੰਪਾਈਲਰ ਇੰਸਟਾਲ ਹੁੰਦਾ ਹੈ। ਕੰਪਾਈਲਰ ਦੇ ਵਿੱਚ ਇਨਬਿਲਟ ਫੰਕਸ਼ਨਸ ਐਂਡ ਲਾਇਬ੍ਰੇਰੀ ਹੁੰਦੀ ਆ, ਜਿਹਦੇ ਵਿੱਚ ਇਨਬਿਲਟ ਫੰਕਸ਼ਨਸ ਹੁੰਦੇ ਆ ਨਾ, ਲਾਇਬ੍ਰੇਰੀਜ਼ ਦੇ ਵਿੱਚ ਇਨਬਿਲਟ ਫੰਕਸ਼ਨ ਹੁੰਦੇ ਆ। ਉਹਨਾਂ ਫੰਕਸ਼ਨ ਦੀ ਹੈਲਪ ਦੇ ਨਾਲ ਤੁਸੀਂ ਪ੍ਰੋਗਰਾਮ ਬਣਾਉਂਦੇ ਹੋ। ਬਣੇ ਬਣਾਏ ਫੰਕਸ਼ਨ ਪਏ ਹੁੰਦੇ ਆ ਤਾਂ ਕਰਕੇ ਉਹਨਾਂ ਨੂੰ ਇਨਬਿਲਟ ਬੋਲਿਆ ਜਾਂਦਾ ਹੈ। ਪ੍ਰੀ ਕੰਪਾਈਲਡ ਹੁੰਦੇ, ਕੰਪਾਈਲ ਕੀਤੇ ਪਏ ਹੁੰਦੇ, ਉਹਨਾਂ 'ਚ ਕੋਈ ਐਰਰ ਨਹੀਂ ਹੁੰਦੀ, ਅਤੇ ਤੁਸੀਂ ਜਸਟ ਉਹਨਾਂ ਦਾ ਨਾਮ ਲਿਖਣਾ ਹੁੰਦਾ ਅਤੇ ਉਹਨਾਂ ਨੂੰ ਯੂਜ਼ ਕਰਨਾ ਹੁੰਦਾ। ਜਿਵੇਂ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਇਹ ਪ੍ਰੋਗਰਾਮ ਹੈ ਉਹਦੇ ਵਿੱਚ ਆਪਾਂ 3 ਫੰਕਸ਼ਨ ਯੂਜ਼ ਕਰ ਚੁੱਕੇ ਹਾਂ, ਮੇਨ, ਪ੍ਰਿੰਟਐਫ ਅਤੇ ਗੈਟ ਸੀ ਐਚ, ਜਿਨ੍ਹਾਂ ਦੇ ਪਿੱਛੇ ਇਹ ਵਾਲੀ ਬੇਟਾ 3 ਆਪਣੇ ਕੋਲ ਅਲੱਗ-ਅਲੱਗ ਚੀਜ਼ਾਂ ਨੇ। ਜਿਹੜੀ ਪਹਿਲੀ ਹੈਗੀ ਆ ਆਹ ਵਾਲੀ ਮੈਂ ਰਾਈਟ ਕੀਤੀ ਹੈ, ਮੈਂ ਤੁਹਾਨੂੰ ਇੱਕ ਵਾਰ ਸੈਪਰੇਟ ਜਿਹੜੀ ਲਾਈਨ ਆ ਉਹ 'ਤੇ ਰਾਈਟ ਕਰਕੇ ਦੱਸਦੀ ਹਾਂ। 7 ਲਾਈਨ ਦੇ ਵਿੱਚ 8 ਲਾਈਨ 'ਚ ਜਿਹੜੀਆਂ ਆਹ ਵਾਲੀਆਂ ਬੇਟਾ ਇਹਨਾਂ ਨੂੰ ਆਪਾਂ ਕਰਲੀ ਬ੍ਰੇਸਿਸ ਬੋਲਦੇ ਹਾਂ। ਠੀਕ ਹੈ ਜੀ। ਉਸ ਤੋਂ ਬਾਅਦ ਜਿਹੜੀਆਂ ਆਹ ਵਾਲੀਆਂ ਹੁੰਦੀਆਂ ਇਹ ਬ੍ਰੈਕਟਸ ਹੁੰਦੀਆਂ ਨੇ, ਸਕੁਅਰ ਬ੍ਰੈਕਟਸ ਇਹਨਾਂ ਨੂੰ ਆਪਾਂ ਬੋਲਦੇ ਹਾਂ। ਸੈਪਰੇਟ ਮੈਂ ਲਾ ਕੇ ਦੱਸ ਦਿੰਦੀ ਹਾਂ, ਇਹ ਸਕੁਅਰ ਬ੍ਰੈਕਟਸ ਨੇ। ਉਸ ਤੋਂ ਬਾਅਦ ਇਹ ਵਾਲੀਆਂ ਹੁੰਦੀਆਂ ਪੈਰੇਂਥੇਸਿਸ। ਇਹ 3 ਬ੍ਰੈਕਟ ਅਲੱਗ-ਅਲੱਗ ਤਰ੍ਹਾਂ ਦੀਆਂ ਆਪਾਂ ਸੀ ਦੇ ਵਿੱਚ ਯੂਜ਼ ਕਰਨੀਆਂ ਨੇ। ਜਿਹੜੀ ਪਹਿਲੀ ਕਰਲੀ ਬ੍ਰੈਕਟ ਹੈ ਨਾ ਬੇਟਾ, ਇਹ ਯੂਜ਼ ਹੁੰਦੀ ਹੈ ਕਿਸੇ ਵੀ ਫੰਕਸ਼ਨ ਦੀ ਬੋਡੀ ਵਾਸਤੇ, ਕਿ ਇੱਥੇ ਫੰਕਸ਼ਨ ਦੀ ਬੋਡੀ ਸ਼ੁਰੂ ਹੋਈ ਹੈ ਅਤੇ ਜਿੱਥੇ ਕਰਲੀ ਬ੍ਰੇਸਿਸ ਬੰਦ ਹੋ ਗਈਆਂ ਉੱਥੇ ਫੰਕਸ਼ਨ ਦੀ ਬੋਡੀ ਆਪਣੀ ਕੀ ਹੋ ਗਈ, ਬੰਦ ਹੋ ਗਈ। ਤਾਂ ਇਹਦਾ ਮਤਲਬ ਜਿਹੜੀ ਮੇਨ ਫੰਕਸ਼ਨ ਸੀ ਆਪਣਾ, ਉਹਦੀ ਬੋਡੀ ਦੇ ਵਿੱਚ ਕਿੰਨੀਆਂ ਲਾਈਨਾਂ ਲਿਖੀਆਂ ਨੇ ਆਪਾਂ, 2, ਪ੍ਰਿੰਟਐਫ ਅਤੇ ਗੈਟ ਸੀ ਐਚ। ਕਲੀਅਰ ਹੈ ਬੱਚੇ ਸਾਰਿਆਂ ਨੂੰ? ਹਾਂਜੀ, ਯੈਸ ਮੈਮ। ਉਸ ਤੋਂ ਬਾਅਦ ਆਉਂਦੀ ਹੈ ਬੇਟਾ ਆਪਣੀ ਸਕੁਅਰ ਬ੍ਰੈਕਟ। ਸਕੁਅਰ ਬ੍ਰੈਕਟ ਦਾ ਡਿਫਰੈਂਟ ਫੰਕਸ਼ਨ ਹੁੰਦਾ ਹੈ, ਇਹ ਐਰੇ ਦੇ ਨਾਲ ਯੂਜ਼ ਕਰਨੀ ਹੁੰਦੀ ਹੈ। ਇਹ ਆਪਾਂ ਇਨ ਫਿਊਚਰ ਯੂਜ਼ ਕਰਾਂਗੇ, ਫਿਲਹਾਲ ਇਸ ਪ੍ਰੋਗਰਾਮ 'ਚ ਆਪਾਂ ਯੂਜ਼ ਨਹੀਂ ਕੀਤੀ। ਥਰਡ ਬੇਟਾ ਆਪਣੀ ਹੈ ਪੈਰੇਂਥੇਸਿਸ। ਪੈਰੇਂਥੇਸਿਸ ਕਿੱਥੇ ਯੂਜ਼ ਹੁੰਦੀ ਹੈ ਬੇਟਾ, ਜਿਹੜੇ ਵੀ ਨਾਮ ਦੇ ਪਿੱਛੇ ਪੈਰੇਂਥੇਸਿਸ ਓਪਨਿੰਗ ਐਂਡ ਕਲੋਜ਼ਿੰਗ ਲੱਗ ਗਈ, ਇਹਦਾ ਮਤਲਬ ਕੀ ਆ, ਉਹ ਇੱਕ ਫੰਕਸ਼ਨ ਹੈ। ਹਰ ਫੰਕਸ਼ਨ ਦੇ ਨਾਲ ਓਪਨਿੰਗ ਐਂਡ ਕਲੋਜ਼ਿੰਗ ਪੈਰੇਂਥੇਸਿਸ ਲੱਗਣੀ ਹੈ। ਕਲੀਅਰ ਹੋ ਗਿਆ? ਤਿੰਨੇ ਬ੍ਰੈਕਟ ਕਲੀਅਰ ਹੈ ਬੱਚੇ ਤੁਹਾਨੂੰ? ਹਰ ਬ੍ਰੈਕਟ ਦਾ ਆਪਣਾ ਰੋਲ ਹੁੰਦਾ ਹੈ। ਪਹਿਲੀ ਕਰਲੀ ਬ੍ਰੈਕਟ ਹੈ। ਕਰਲੀ ਬ੍ਰੈਕਟ ਇਹ ਦੱਸਦੀ ਹੈ ਕਿ ਤੁਹਾਡੇ ਪਰਟੀਕੂਲਰ ਫੰਕਸ਼ਨ ਦੀ ਬੋਡੀ ਕਿੱਥੋਂ ਸ਼ੁਰੂ ਹੋਈ ਹੈ ਅਤੇ ਕਿੱਥੇ ਖ਼ਤਮ ਹੋ ਰਹੀ ਹੈ। ਦੂਜੀ ਪੈਰੇਂਥੇਸਿਸ ਹੈ, ਉਹ ਇਹ ਦੱਸਦੀ ਹੈ ਕਿ ਇਹ ਵਾਲੀ ਚੀਜ਼ ਜਿਹਨੂੰ ਤੁਸੀਂ ਯੂਜ਼ ਕਰ ਰਹੇ ਹੋ ਉਹ ਇੱਕ ਫੰਕਸ਼ਨ ਹੈ। ਹਰ ਫੰਕਸ਼ਨ ਦੇ ਪਿੱਛੇ ਓਪਨਿੰਗ ਐਂਡ ਕਲੋਜ਼ਿੰਗ ਪੈਰੇਂਥੇਸਿਸ ਲੱਗਣੀਆਂ ਨੇ। ਇਸ ਪ੍ਰੋਗਰਾਮ ਦੇ ਵਿੱਚ ਮੇਨ, ਪ੍ਰਿੰਟਐਫ ਅਤੇ ਗੈਟ ਸੀ ਐਚ 3 ਫੰਕਸ਼ਨ ਆਪਾਂ ਯੂਜ਼ ਕੀਤੇ ਹੈ। ਇਹ ਤਿੰਨੇ ਫੰਕਸ਼ਨ ਇਨਬਿਲਟ ਫੰਕਸ਼ਨ ਨੇ। ਇਹਨਾਂ ਦੀ ਕੋਡਿੰਗ ਤੁਹਾਨੂੰ ਲਿਖਣੀ ਨਹੀਂ ਪੈਂਦੀ, ਇਹਨਾਂ ਦੀ ਕੋਡਿੰਗ ਆਲਰੇਡੀ ਕੰਪਾਈਲਰ ਦੇ ਵਿੱਚ ਲਿਖੀ ਹੋਈ ਹੈ। ਅਤੇ ਜਿਹੜਾ ਪ੍ਰਿੰਟਐਫ ਫੰਕਸ਼ਨ ਹੈ ਉਹ studio.h ਨਾਮ ਦੀ ਹੈਡਰ ਫਾਈਲ ਦੇ ਵਿੱਚ ਹੈ। ਅਤੇ ਜਦੋਂ ਆਪਾਂ ਇਸ ਫੰਕਸ਼ਨ ਨੂੰ ਯੂਜ਼ ਕਰਨਾ ਹੈ ਤਾਂ ਪਹਿਲਾਂ ਇਹਦੀ ਹੈਡਰ ਫਾਈਲ ਆਪਾਂ ਆਪਣੇ ਪ੍ਰੋਗਰਾਮ ਦੇ ਵਿੱਚ ਐਡ ਕਰਦੇ ਹਾਂ। ਪਹਿਲਾ ਹੈਗਾ ਹੈਸ਼ ਸਾਈਨ, ਲਾਉਣਾ ਜ਼ਰੂਰੀ ਹੈ। ਦੂਜਾ ਹੈ ਇਨਕਲੂਡ ਕੀਵਰਡ, ਇਹ ਵੀ ਲਾਉਣਾ ਜ਼ਰੂਰੀ ਹੈ। ਫਿਰ ਆਪਣੀ ਫਾਈਲ ਦਾ ਨਾਮ ਹੈ ਬੇਟਾ, ਗ੍ਰੇਟਰ ਦੈਨ ਐਂਡ ਲੈਸ ਦੈਨ ਸਾਈਨ ਦੇ ਵਿੱਚ ਫਾਈਲ ਦਾ ਨਾਮ ਲਿਖਣਾ ਹਮੇਸ਼ਾ, ਕਦੇ ਵੀ ਬ੍ਰੈਕਟ ਨਹੀਂ ਲਾਉਣੀ ਹੈ ਇੱਥੇ। ਲੈਸ ਦੈਨ ਸਿੰਬਲ, ਦੈਨ ਲਾਸਟ 'ਤੇ ਗ੍ਰੇਟਰ ਦੈਨ ਸਿੰਬਲ। ਇਹ ਹੈਗੀ ਹੈ studio.h। studio.h ਦਾ ਮਤਲਬ ਕੀ ਹੈ ਕਿ ਸਟੈਂਡਰਡ ਇਨਪੁਟ ਆਊਟਪੁੱਟ ਹੈਡਰ ਫਾਈਲ। .h ਇਹਦੀ ਬੇਟਾ ਐਕਸਟੈਂਸ਼ਨ ਹੈ। ਐਕਸਟੈਂਸ਼ਨ ਦਾ ਮਤਲਬ ਹੁੰਦਾ ਹੈ ਜਿਹੜੀ ਕੰਪਾਈਲਰ ਨੂੰ ਡਿਫਰੈਂਸ਼ੀਏਟ ਕਰਨ ਦੇ ਵਿੱਚ ਹੈਲਪ ਹੋ ਜਾਂਦੀ ਹੈ ਕਿ .h ਲੱਗਿਆ ਤਾਂ ਉਹ ਇੱਕ ਹੈਡਰ ਫਾਈਲ ਹੈ, .c ਲੱਗਿਆ ਤਾਂ ਇੱਕ ਸੀ ਦੀ ਫਾਈਲ ਹੈ। ਠੀਕ ਹੈ ਜੀ। ਅਤੇ ਸਟੈਂਡਰਡ ਇਨਪੁਟ ਆਊਟਪੁੱਟ, ਜਿੰਨੇ ਵੀ ਇਨਪੁਟ ਆਊਟਪੁੱਟ ਫੰਕਸ਼ਨਸ ਨੇ ਉਹ ਇਸ ਲਾਇਬ੍ਰੇਰੀ ਦੇ ਵਿੱਚ ਹੈ। ਅਤੇ ਜੇ ਤੁਸੀਂ ਉਹਨਾਂ ਫੰਕਸ਼ਨ ਨੂੰ ਯੂਜ਼ ਕਰਨਾ ਹੁੰਦਾ ਤਾਂ ਇਹ ਲਾਇਬ੍ਰੇਰੀ ਐਡ ਕਰਨੀ ਹੀ ਪਏਗੀ।
पहली लाइन क्लीयर है बच्चे सारिਆਂ ਨੂੰ? studio.h ਦੇ ਵਿੱਚ ਸਾਰੇ ਇਨਪੁਟ ਆਊਟਪੁੱਟ ਫੰਕਸ਼ਨ ਹੁੰਦੇ ਆ, ਇਸ ਕਰਕੇ ਆਪਾਂ ਇਹ ਲਾਉਣੀ ਹੀ ਪੈਂਦੀ ਹੈ ਪਹਿਲੀ ਲਾਈਨ। ਕਲੀਅਰ ਹੈ ਬੱਚੇ? यस मैम। ਨੈਕਸਟ ਹੈ ਬੇਟਾ ਇਨਕਲੂਡ conio.h। conio.h ਕੀ ਹੈ ਬੇਟਾ? ਦੂਜੀ ਹੈਡਰ ਫਾਈਲ ਹੈ, ਇਹਦੇ ਵਿੱਚ get.ch ਦਾ ਫੰਕਸ਼ਨ ਹੈ, get ਕਰੈਕਟਰ ਦਾ ਫੰਕਸ਼ਨ ਹੈ। ਇਹ ਕੰਸੋਲ ਇਨਪੁਟ ਆਊਟਪੁੱਟ ਹੈਡਰ ਫਾਈਲ ਹੈ। ਆਪਣੇ ਜਿਹੜੇ ਆਊਟਪੁੱਟ ਸਕਰੀਨ ਜਾਂ ਇਨਪੁੱਟ ਸਕਰੀਨ ਦੇ ਉੱਤੇ ਜਿਸ ਤਰ੍ਹਾਂ ਦੀਆਂ ਚੇਂਜਸ ਤੁਸੀਂ ਚਾਹੁੰਦੇ ਹੋ, ਜਿਸ ਤਰ੍ਹਾਂ ਦੀ ਸਟੇਬਿਲਿਟੀ ਤੁਸੀਂ ਚਾਹੁੰਦੇ ਹੋ, ਜਿਸ ਤਰ੍ਹਾਂ ਦਾ ਫਾਰਮੈਟ ਤੁਸੀਂ ਚਾਹੁੰਦੇ ਹੋ, ਉਹ ਇਸ ਫਾਈਲ ਦੇ ਵਿੱਚ ਉਹਦੇ ਨਾਲ ਰਿਲੇਟਡ ਫੰਕਸ਼ਨ ਇਸ ਫਾਈਲ ਦੇ ਵਿੱਚ ਹੁੰਦੇ ਆ। ਹੁਣ ਇਹਨਾਂ ਦੋਨਾਂ ਫਾਈਲਾਂ ਨੂੰ ਆਪਾਂ ਨੂੰ ਐਡ ਕਰਨਾ ਹੀ ਪਏਗਾ। ਇਹ ਦੋਨੇ ਜਿਹੜੀਆਂ ਫਾਈਲਾਂ ਐਡ ਕਰਨੀਆਂ, ਇਨਕਲੂਡ ਕਰਨੀਆਂ, ਇਹ ਆਉਂਦੀਆਂ ਆਪਣੀ ਪ੍ਰੀ ਪ੍ਰੋਸੈਸਿਵ ਡਾਇਰੈਕਟਿਵ 'ਚ। ਕਾਹ 'ਚ ਆਉਂਦੀਆਂ ਬੇਟੇ? ਪ੍ਰੀ ਪ੍ਰੋਸੈਸਿਵ ਡਾਇਰੈਕਟਿਵ। ਇਹ ਹੈਗੀਆਂ ਹੈਡਰ ਫਾਈਲ। ਹੁਣ ਜਦੋਂ ਹੈਡਰ ਫਾਈਲ ਐਡ ਕਰਤੀਆਂ, ਉਸ ਤੋਂ ਬਾਅਦ ਆਪਣਾ ਪ੍ਰੋਗਰਾਮ ਸ਼ੁਰੂ ਹੁੰਦਾ ਹੈ। ਪ੍ਰੋਗਰਾਮ ਦੇ ਅੱਗੇ ਤੁਸੀਂ ਕੁਛ ਨਾ ਲੱਗੋ, ਸਿੰਪਲ ਮੇਨ ਫੰਕਸ਼ਨ ਯੂਜ਼ ਕਰੋ। ਮੇਨ ਫੰਕਸ਼ਨ ਯੂਜ਼ ਕਰ ਲਿਆ। ਮੇਨ ਫੰਕਸ਼ਨ ਤੋਂ ਬਾਅਦ ਆਪਾਂ ਇੱਥੇ ਲਿਖਿਆ ਕਿ ਮੈਂ ਆਪਣਾ ਨਾਮ ਪ੍ਰਿੰਟ ਕਰਾਉਣਾ, ਮੰਨ ਲਓ, ਤਾਂ ਪ੍ਰਿੰਟ ਦਾ ਮਤਲਬ ਕੀ ਹੁੰਦਾ? ਛਾਪਣਾ। ਤਾਂ ਸੇਮ ਫੰਕਸ਼ਨ ਆਪਾਂ ਕੀ ਹੈ ਸੀ ਦੇ ਵਿੱਚ, ਮੈਂ ਤੁਹਾਨੂੰ ਜਿਵੇਂ ਦੱਸਿਆ ਸੀ ਪਹਿਲੇ ਲੈਕਚਰ ਦੇ ਵਿੱਚ ਕਿ ਸੀ ਇੰਨੀ ਸਿੰਪਲ ਪ੍ਰੋਗਰਾਮਿੰਗ ਲੈਂਗੁਏਜ ਹੈ, ਈਜ਼ੀ ਟੂ ਅੰਡਰਸਟੈਂਡ ਹੈ ਕਿ ਇਹਦੇ ਵਿੱਚ ਜੋ ਤੁਸੀਂ ਰੂਟੀਨ ਦੇ ਵਿੱਚ ਬੋਲਦੇ ਹੋ ਉਹੀ ਵਰਡ ਯੂਜ਼ ਕਰਨੇ ਹੁੰਦੇ ਆ। ਰੂਟੀਨ 'ਚ ਆਪਾਂ ਪ੍ਰਿੰਟ ਕਰਨ ਦਾ ਮਤਲਬ ਪ੍ਰਿੰਟਿੰਗ ਹੈ, ਛਾਪਣਾ ਹੈ, ਤਾਂ ਇਸ ਦੇ ਵਿੱਚ ਜਿਹੜਾ ਫੰਕਸ਼ਨ ਉਹਦਾ ਨਾਮ ਵੀ ਉਹਨਾਂ ਨੇ printf ਰੱਖਿਆ ਹੋਇਆ ਤਾਂ ਕਿ ਸਮਝਣਾ ਸੌਖਾ ਹੋ ਜਾਏ ਯੂਜ਼ਰ ਨੂੰ। ਇਹਨੂੰ ਬੇਟਾ ਆਪਾਂ ਯੂਜ਼ ਕਰਨਾ ਹੈ ਕਿ ਜਦੋਂ ਵੀ ਕੋਈ ਚੀਜ਼ ਐਜ਼ ਇਟ ਇਜ਼ ਸਕਰੀਨ 'ਤੇ ਪ੍ਰਿੰਟ ਕਰਾਉਣੀ ਹੁੰਦੀ ਹੈ, ਉਹਨੂੰ ਹਮੇਸ਼ਾ ਆਪਾਂ ਇਹਨਾਂ ਦੋ ਜਿਹੜੀਆਂ ਆਪਣੇ ਹੈਗੇ ਕੋਲਨ ਦੇ ਵਿੱਚ ਲੈਣੇ ਆ। ਇਹ ਆਪਣੇ ਕਿਹੜੇ ਹੈਗੇ? ਜਿਹੜੀ ਸਟਰਿੰਗ ਆਪਾਂ ਲੈਣੀ ਆ ਉਹ ਆਪਾਂ ਹਮੇਸ਼ਾ ਡਬਲ ਕੋਟ ਦੇ ਵਿੱਚ ਲੈਣੀ ਹੈ। ਕਾਹ 'ਚ ਲੈਣੀ ਹੈ ਬੇਟੇ? ਡਬਲ ਕੋਟ ਦੇ ਵਿੱਚ। ਜੋ ਚੀਜ਼ ਤੁਸੀਂ ਇਹਦੇ ਵਿੱਚ ਪ੍ਰਿੰਟ ਕਰਾਉਣੀ ਆ ਪੁੱਤ, ਉਹ ਸਾਰੀ ਚੀਜ਼ ਤੁਸੀਂ ਡਬਲ ਕੋਟ 'ਚ ਤੁਸੀਂ ਲਿਖ ਸਕਦੇ ਹੋ। ਠੀਕ ਹੈ ਜੀ? ਕਿੰਨਾ ਮਰਜ਼ੀ ਲੰਬਾ ਨਾਮ ਲਿਖ ਲਓ। ਅਤੇ ਜਿੱਥੇ ਮੈਂ ਸਪੇਸ ਦੇਵਾਂਗੀ ਉੱਥੇ ਸਪੇਸ ਆਊਗਾ। ਜਿੱਥੇ ਮੈਂ ਇਹਨੂੰ ਕੀ ਕੀਤਾ ਹੈਗਾ, ਲਿਖਿਆ ਹੈਗਾ, ਜੋ ਵੱਡੇ ਅਕਸ਼ਰਾਂ 'ਚ ਲਿਖਿਆ ਵੱਡਿਆਂ 'ਚ ਆਏਗਾ, ਛੋਟਿਆਂ 'ਚ ਲਿਖਿਆ ਛੋਟਿਆਂ 'ਚ ਆਏਗਾ। ਬਟ ਇਹ ਸਾਰੀ ਚੀਜ਼ ਨੂੰ ਲਿਖਣਾ ਮੈਂ ਕਾਹਦੇ ਵਿੱਚ ਹੈ? ਡਬਲ ਕੋਟ ਦੇ ਵਿੱਚ ਲਿਖਣਾ। ਠੀਕ ਹੈ ਜੀ? ਜਦੋਂ ਵੀ ਕੋਈ ਚੀਜ਼ ਪ੍ਰਿੰਟ ਕਰਾਉਣੀ ਹੈ ਕਾਹਦੇ ਵਿੱਚ ਲਿਖਣੀ ਹੈ? ਹਮੇਸ਼ਾ ਡਬਲ ਕੋਟ ਦੇ ਵਿੱਚ। ਠੀਕ ਹੈ ਜੀ? ਹੁਣ ਮੈਂ ਸਟੇਟਮੈਂਟ ਨੂੰ ਰਨ ਕਰਨੀ ਆ ਅਤੇ ਮੇਨ ਦੇ ਅੱਗੋਂ ਮੈਂ ਵੋਇਡ ਹਟਾਤਾ, ਤਾਂ ਮੈਨੂੰ ਇੱਥੇ ਰਿਟਰਨ ਸਟੇਟਮੈਂਟ ਲਿਖਣੀ ਪੈਣੀ ਹੈ। ਕੀ ਲਿਖਣੀ ਪੈਣੀ ਹੈ ਬੇਟਾ? ਰਿਟਰਨ ਸਟੇਟਮੈਂਟ। ਹੁਣ ਮੈਂ ਇਹਦਾ ਲੌਜਿਕ ਤੁਹਾਨੂੰ ਦੱਸਦੀ ਹਾਂ। ਪਹਿਲੀ ਲਾਈਨ ਕਲੀਅਰ ਹੈ ਕਿ ਜੋ ਮੈਂ ਪ੍ਰਿੰਟ ਕਰਾਉਣਾ ਉਹ ਕਾਹਦੇ 'ਚ ਲਿਖੂੰਗੀ? ਮੈਂ printf ਦੇ ਵਿੱਚ। ਅਤੇ ਫਿਰ ਮੈਂ ਰਿਟਰਨ ਸਟੇਟਮੈਂਟ 0 ਲਿਖਤੀ ਆ। ਹੁਣ ਮੈਂ ਇਸ ਪ੍ਰੋਗਰਾਮ ਨੂੰ ਰਨ ਦੇ ਉੱਤੇ ਕਲਿੱਕ ਕੀਤਾ, ਪ੍ਰੋਗਰਾਮ ਕੀ ਹੋ ਗਿਆ? ਰਨ ਹੋ ਗਿਆ ਬੇਟਾ। ਤੁਹਾਡਾ ਕੀ ਲਿਖਿਆ ਆ ਗਿਆ? ਸਪਨਜੀਤ ਕੌਰ ਲਿਖਿਆ ਆ ਗਿਆ ਉੱਪਰ ਬੱਚੇ। ਕਲੀਅਰ ਹੈ? ਦਿਖ ਰਿਹਾ ਬੇਟਾ ਸਾਰਿਆਂ ਨੂੰ? ਆਊਟਪੁੱਟ ਦਿਖ ਰਹੀ ਹੈ? ਆ ਮੇਰੀ ਆਊਟਪੁੱਟ ਆ ਗਈ। ਨੀਚੇ ਕੰਪਲੀਟ ਪ੍ਰੈਸ ਐਂਟਰ। ਹੁਣ ਮੈਂ ਐਂਟਰ ਪ੍ਰੈਸ ਕਰਾਂਗੀ ਤਾਂ ਮੈਂ ਵਾਪਸ ਆਪਣੀ ਸਕਰੀਨ 'ਤੇ ਆ ਗਈ। ਠੀਕ ਹੈ ਜੀ? ਹੁਣ ਜਿਹੜਾ ਮੇਨ ਹੈ ਬੇਟਾ, ਜਿਹੜਾ printf ਹੈ, ਇਹ ਫੰਕਸ਼ਨਸ ਨੇ। ਅਤੇ ਫੰਕਸ਼ਨ ਦੀ ਸਿਰਫ ਇੱਕ ਗੱਲ ਧਿਆਨ ਰੱਖਣੀ ਫਿਲਹਾਲ, ਕਿਉਂਕਿ ਜਦੋਂ ਆਪਾਂ ਡਿਟੇਲ ਦੇ ਵਿੱਚ ਫੰਕਸ਼ਨ ਕਰਾਂਗੇ ਦੈਨ ਆਪਾਂ ਨੂੰ ਜ਼ਿਆਦਾ ਕਲੀਅਰ ਹੋ ਜਾਏਗਾ। ਫੰਕਸ਼ਨ ਦੀ ਇੱਕ ਗੱਲ ਧਿਆਨ ਦੇ ਵਿੱਚ ਰੱਖਣੀ ਹੈ ਕਿ ਫੰਕਸ਼ਨ ਕੋਈ ਨਾ ਕੋਈ ਵੈਲਿਊ ਰਿਟਰਨ ਕਰਾਉਂਦੇ ਹੁੰਦੇ ਹੈ। ਜੇ ਤੁਸੀਂ ਫੰਕਸ਼ਨ ਦੇ ਅੱਗੇ ਕੁਛ ਨਹੀਂ ਲਿਖਿਆ ਤਾਂ ਉਹ ਬਾਏ ਡਿਫੋਲਟ ਇੰਟੀਜ਼ਰ ਵੈਲਿਊ ਰਿਟਰਨ ਕਰਵਾਉਣਗੇ। ਅਤੇ 0 ਕੀ ਹੈ? ਇੱਕ ਇੰਟੀਜ਼ਰ ਵੈਲਿਊ ਹੈ। ਮੈਂ ਫੰਕਸ਼ਨ ਦੇ ਅੱਗੇ ਕੁਛ ਨਹੀਂ ਲਿਖਿਆ, ਇਸ ਕਰਕੇ ਫੰਕਸ਼ਨ ਕਾਹਦੀ ਵੈਲਿਊ ਰਿਟਰਨ ਕਰਵਾਏਗਾ? ਇੰਟੀਜ਼ਰ ਵੈਲਿਊ ਰਿਟਰਨ ਕਰਵਾਏਗਾ। ਇਸ ਕਰਕੇ ਮੈਨੂੰ ਇੱਥੇ ਕੋਈ ਨਾ ਕੋਈ ਇੰਟੀਜ਼ਰ ਵੈਲਿਊ ਲਿਖਣੀ ਪਏਗੀ। ਅਤੇ ਜੇ ਮੈਂ ਇਸ ਚੀਜ਼ ਤੋਂ ਨੂੰ ਅਵੋਇਡ ਕਰਨਾ ਚਾਹੁੰਦੀ ਹਾਂ ਤਾਂ ਮੈਂ ਲਿਖਤਾ ਇੱਥੇ get ch ਲਿਖਤਾ। ਅਤੇ ਇੱਥੇ ਲਿਖਤਾ ਮੈਂ void void ਲਿਖਤਾ। ਹੁਣ ਇਹ ਕੋਈ ਮੈਨੂੰ ਰਿਟਰਨ ਸਟੇਟਮੈਂਟ ਨਹੀਂ ਲਿਖਣੀ ਪੈਣੀ। ਹੁਣ ਮੈਂ ਆਪਣੇ ਪ੍ਰੋਗਰਾਮ ਨੂੰ ਰਨ ਕਰਾਂਗੀ ਤਾਂ ਬੇਟਾ ਸਿਰਫ ਮੇਰਾ ਨਾਮ ਆਇਆ। ਕਲੀਅਰ ਹੈ ਬੱਚੇ ਸਾਰਿਆਂ ਨੂੰ? ਗੈਟ ਕਰੈਕਟਰ, ਜਦੋਂ ਮੈਂ ਐਂਟਰ ਕੀ ਪ੍ਰੈਸ ਕਰਾਂਗੀ ਤਾਂ ਮੈਂ ਵਾਪਸ ਆਪਣੀ ਸਕਰੀਨ ਦੇ ਉੱਤੇ ਵਾਪਸ ਆ ਗਈ ਹਾਂ। ਠੀਕ ਹੈ ਜੀ? void ਦੇ ਨਾਲ ਕੀ ਹੋਇਆ? ਮੇਰੀ ਉਹ ਸਟੇਟਮੈਂਟ ਹਟ ਗਈ ਜਿਹੜੀ ਮੈਨੂੰ ਲਿਖਣੀ ਪੈਂਦੀ ਸੀ, ਰਿਟਰਨ ਕੋਈ ਵੀ ਇੰਟੀਜ਼ਰ ਵੈਲਿਊ। ਕਲੀਅਰ ਹੋ ਗਿਆ? void ਦਾ ਮਤਲਬ ਕੋਈ ਵੀ ਰਿਟਰਨ ਟਾਈਪ ਨਹੀਂ। ਅਤੇ ਜੇ ਤੁਸੀਂ ਨਹੀਂ ਲਿਖੋਗੇ ਤਾਂ ਤੁਹਾਨੂੰ ਉੱਥੇ ਲਿਖਣਾ ਪਊਗਾ ਰਿਟਰਨ 0। ਕਲੀਅਰ ਹੈ ਬੱਚੇ? ਪਹਿਲਾ ਪ੍ਰੋਗਰਾਮ ਹੈ ਜਿਹਦੇ ਨਾਲ ਮੈਂ ਆਪਣਾ ਨਾਮ ਪ੍ਰਿੰਟ ਕਰਾਇਆ। ਹੁਣ ਇਹਦੇ ਵਿੱਚ ਇੱਕ ਹੋਰ ਗੱਲ ਹੈ ਬੇਟਾ, ਮੈਂ ਇਹਦੇ ਵਿੱਚ ਲਾ ਦਾਂ /n, ਸਲੈਸ਼ ਪਾ ਕੇ n ਲਿਖਦਾ। ਜਿੱਥੇ ਬੱਚੇ ਮੈਂ ਸਲੈਸ਼ ਪਾ ਕੇ n ਲਿਖਾਂਗੀ ਉੱਥੋਂ ਮੇਰੀ ਨਵੀਂ ਲਾਈਨ ਸਟਾਰਟ ਹੋ ਜਾਏਗੀ। ਜਿੱਥੇ ਮੈਂ ਸਲੈਸ਼ ਪਾ ਕੇ n ਲਿਖਾਂਗੀ ਨਵੀਂ ਲਾਈਨ। ਹੁਣ ਮੈਂ ਇਸੇ ਪ੍ਰੋਗਰਾਮ ਨੂੰ ਰਨ ਕਰਦੀ ਹਾਂ। ਦੇਖੋ ਬੇਟਾ
ਪਹਿਲਾ ਸੱਪਨ ਲਿਖਿਆ ਆ ਗਿਆ, ਜੀਤ ਅਗਲੀ ਲਾਈਨ ਦੇ ਵਿੱਚ, ਕੌਰ ਅਗਲੀ ਲਾਈਨ ਦੇ ਵਿੱਚ। ਇਹਦੇ ਨਾਲ ਕੀ ਪਤਾ ਚੱਲਿਆ ਕਿ ਜਿਹੜੇ ਤੁਸੀਂ ਅਲੱਗ-ਅਲੱਗ ਲਾਈਨਾਂ 'ਚ ਪ੍ਰਿੰਟ ਕਰਾਉਣਾ ਹੈਗਾ ਤਾਂ ਤੁਹਾਨੂੰ ਕੀ ਕਰਨਾ ਪਏਗਾ, /n ਲਿਖਣਾ ਪਏਗਾ। ਸਟੇਟਮੈਂਟ ਉਹੀ ਹੈ, ਕੋਈ ਫਰਕ ਨਹੀਂ ਪਿਆ, ਬਟ 3 ਲਾਈਨਾਂ ਦੇ ਵਿੱਚ ਆ ਗਿਆ। 3 ਲਾਈਨਾਂ ਦੇ ਵਿੱਚ ਮੈਂ ਜਿੱਥੋਂ ਨਵੀਂ ਲਾਈਨ ਸ਼ੁਰੂ ਕਰਨੀ ਸੀ ਨਾ ਉੱਥੇ ਮੈਂ /n ਲਿਖਤਾ। ਸਮਝ ਆ ਗਿਆ ਬੱਚੇ ਸਾਰਿਆਂ ਨੂੰ? मैम एन का तो बेटा N फॉर न्यू लाइन, N फॉर न्यू लाइन। ਇਸ ਕਰਕੇ ਤੁਸੀਂ ਟੀ ਵੀ ਲਿਖ ਸਕਦੇ ਹੋ, ਟੀ ਦੇ ਨਾਲ ਟੈਬ ਹੋਏਗਾ। ਟੈਬ ਤੁਹਾਨੂੰ ਦੱਸ ਦਿੰਦੀ, ਇਹਨੂੰ ਰਨ ਕਰਕੇ ਦੇਖੋ। ਇਹਦੇ ਨਾਲ ਮੇਰੇ ਜਿਹੜੇ ਅਕਸ਼ਰਾਂ ਦੇ ਵਿੱਚ ਸਪੇਸ ਵੱਧ ਗਿਆ। ਟੀ ਫॉर ਟੈਬ, N ਫॉर ਨਿਊ ਲਾਈਨ। ਠੀਕ ਹੈ, ਟੀ ਦੇ ਨਾਲ ਸਪੇਸ ਵਧੇਗਾ ਤੇ N ਦੇ ਨਾਲ ਕੀ ਹੋਏਗਾ, ਨਵੀਂ ਲਾਈਨ ਆ ਜਾਏਗੀ। ਇਹ ਸਟੈਂਡਰਡ ਹੈ, ਕੰਪਾਈਲਰ ਦੇ ਵਿੱਚ ਪਹਿਲਾਂ ਹੀ ਦਿੱਤੇ ਹੋਏ ਹੈ ਸਿੰਬਲ। ਠੀਕ ਹੈ, ਤੇ ਹੁਣ ਤੁਸੀਂ ਇਸ ਪ੍ਰੋਗਰਾਮ ਨੂੰ ਰਨ ਕਰ ਲਓਗੇ ਸਾਰੇ ਬੱਚੇ? हाँ, अपने अपने मोबाइल ਦੇ ਵਿੱਚ ਪਹਿਲਾਂ ਐਪ ਡਾਊਨਲੋਡ ਕਰਨੀ ਹੈ, ਫਿਰ ਆਪਣਾ ਨਾਮ ਪ੍ਰਿੰਟ ਕਰਵਾ ਕੇ ਦੇਖਣਾ ਹੈ /t ਦੇ ਨਾਲ ਵੀ /n ਦੇ ਨਾਲ ਵੀ। ਬੇਟਾ ਇਸ ਗੱਲ ਦਾ ਧਿਆਨ ਰੱਖਣਾ, ਪਹਿਲਾਂ ਪ੍ਰੀ ਪ੍ਰੋਸੈਸਿਵ ਡਾਇਰੈਕਟਿਵ ਹੁੰਦਾ ਹੈ, ਫਿਰ ਮੇਨ ਫੰਕਸ਼ਨ ਸ਼ੁਰੂ ਕਰਨਾ ਹੈ, ਫਿਰ ਮੇਨ ਦੀ ਬੋਡੀ ਸ਼ੁਰੂ ਕਰਨੀ ਹੈ, ਫਿਰ ਮੇਨ ਦੀ ਬੋਡੀ ਬੰਦ ਕਰਨੀ ਹੈ। ਹਰ ਲਾਈਨ ਦੇ ਪਿੱਛੇ ਸੈਮੀਕੋਲਨ ਜ਼ਰੂਰ ਲਾਉਣਾ ਹੈ। ਜੇ ਸੈਮੀਕੋਲਨ ਨਾ ਲਾਇਆ, ਮੰਨ ਲਓ ਮੈਂ ਸੈਮੀਕੋਲਨ ਨਹੀਂ ਲਾਇਆ, ਗੈਟ ਸੇਜ ਦੇ ਪਿੱਛੇ ਸੈਮੀਕੋਲਨ ਨਹੀਂ ਲਾਇਆ ਨਾ, ਮੈਂ ਹੁਣ ਇਹਨੂੰ ਰਨ ਕਰਦੀ ਹਾਂ। ਇੱਥੇ ਮੇਰੇ ਕੋਲੇ ਐਰਰ ਆ ਗਈ। ਕੀ ਐਰਰ ਆ ਗਈ ਕਿ ਐਕਸੈਪਟਡ ਸੈਮੀਕੋਲਨ, ਸੈਮੀਕੋਲਨ ਨਹੀਂ ਲੱਗਿਆ, ਲਿਖਿਆ ਹੋਇਆ ਆ ਗਿਆ ਨਾ ਐਕਸੈਪਟਡ ਸੈਮੀਕੋਲਨ। ਓਕੇ ਤੇ ਕਲਿੱਕ ਕਰੂੰਗੀ ਤੇ ਇੱਥੇ ਮੈਂ ਲਾ ਦੂੰਗੀ ਸੈਮੀਕੋਲਨ। ਦੈਨ ਮੈਂ ਇਹਨੂੰ ਰਨ ਕਰਕੇ ਦੇਖਿਆ ਤਾਂ ਮੇਰੇ ਕੋਲ ਕੋਈ ਐਰਰ ਨਹੀਂ ਆਈ। ਜੇ ਪ੍ਰੋਗਰਾਮ ਦੇ ਵਿੱਚ ਕੋਈ ਐਰਰ ਹੈ, ਤੁਸੀਂ ਕੋਈ ਬ੍ਰੈਕਟ, ਮੰਨ ਲਓ ਮੈਂ ਇੱਥੇ ਬ੍ਰੈਕਟ ਲਾਈ ਨਹੀਂ, ਠੀਕ ਹੈ, ਮੈਂ ਇਹਨੂੰ ਰਨ ਕਰਤਾ, ਦੈਨ ਫਿਰ ਐਰਰ ਆਈ ਹੈ, ਪ੍ਰੋਗਰਾਮ ਰਨ ਨਹੀਂ ਹੋਏਗਾ। ਉਪਸ, ਐਰਰ ਕੀ ਆ ਗਈ ਕਿ ਤੁਸੀਂ ਇਸ ਨੂੰ ਬੰਦ ਨਹੀਂ ਕੀਤਾ। ਆਹ ਵਾਲੀ ਲਿਖਿਆ ਹੋਇਆ ਨਾ ਕਿ ਐਕਸੈਪਟਡ, ਐਰਰ ਦੇ ਬਾਅਦ ਲਿਖਿਆ ਹੋਇਆ ਐਕਸੈਪਟਡ ਸਟੇਟਮੈਂਟ ਦਿਸ ਬਿਫੋਰ ਟੋਕਨ। ਇਹਦਾ ਮਤਲਬ ਕੀ ਹੈ ਕਿ ਇੱਥੇ ਮੈਨੂੰ ਇਹ ਵਾਲੀ ਜਿਹੜੀ ਹੈਗੀ ਆ ਬ੍ਰੈਕਟ ਲਾਉਣੀ ਪਏਗੀ। ਕਲੀਅਰ ਹੈ ਬੱਚੇ? ਅਗਰ ਤੁਸੀਂ ਕਿਤੇ ਵੀ ਕੋਈ ਗਲਤੀ ਕਰੋਗੇ ਨਾ ਤੇ ਨਾਲ ਦੀ ਨਾਲ ਤੁਹਾਡਾ ਪ੍ਰੋਗਰਾਮ ਦੇ ਵਿੱਚ ਐਰਰ ਆ ਜਾਏਗੀ, ਪ੍ਰੋਗਰਾਮ ਰਨ ਨਹੀਂ ਹੋਏਗਾ। ਇਸ ਕਰਕੇ ਜਿਹੜੇ ਸਿੰਬਲਸ ਹੈ, ਜਿਹੜੇ ਜਿੱਥੇ ਜਿੱਥੇ ਜਿਸ ਤਰ੍ਹਾਂ ਦਾ ਸਿੰਬਲ ਲਾਇਆ ਹੈ ਉਸ ਤਰ੍ਹਾਂ ਦਾ ਲਾਉਣਾ ਹੀ ਪਏਗਾ। ਆਹ ਚੀਜ਼ ਐਜ਼ ਇਟ ਇਜ਼ ਲਿਖਣੀ ਹੈ। ਆਹ ਵਾਲੀ ਬਸ ਤੁਸੀਂ ਕੀ ਕਰ ਸਕਦੇ ਹੋ ਕਿ ਜਿਹੜੀਆਂ ਦੋ ਬ੍ਰੈਕਟ, ਆ ਦੋ ਬ੍ਰੇਸਿਸ ਦੇ ਵਿੱਚ ਜਿਹੜਾ ਹੈਗਾ ਕੋਟਸ ਦੇ ਵਿੱਚ ਜਿਹੜੀ ਚੀਜ਼ ਲਿਖੀ ਹੈ ਉਹ ਤੁਸੀਂ ਆਪਣੀ ਮਰਜ਼ੀ ਨਾਲ ਲਿਖ ਸਕਦੇ ਹੋ। ਜੋ ਕੁਝ ਤੁਸੀਂ ਲਿਖਣਾ ਉਹ ਤੁਸੀਂ ਲਿਖ ਸਕਦੇ ਹੋ। ਠੀਕ ਹੈ, ਠੀਕ ਹੈ ਜੀ। ਬਟ ਜਿਹੜੇ ਉੱਪਰ ਨੀਚੇ ਜੋ ਵੀ ਸਿੰਬਲ ਸਟੇਟਮੈਂਟ ਜਿਸ ਤਰ੍ਹਾਂ ਹੈ ਉਸੇ ਤਰ੍ਹਾਂ ਲਿਖਣਾ ਪਊਗਾ। ਇਸੇ ਕਰਕੇ ਸੀ ਨੂੰ ਸਟਰਕਚਰ ਪ੍ਰੋਗਰਾਮਿੰਗ ਲੈਂਗੁਏਜ ਕਿਹਾ ਜਾਂਦਾ ਹੈ। ਇਹਦੇ ਵਾਸਤੇ ਤੁਹਾਨੂੰ ਇੱਕ ਸਟਰਕਚਰ ਫੋਲੋ ਕਰਨਾ ਪੈਂਦਾ ਹੈ। ਜੇ ਤੁਸੀਂ ਆਪਣਾ ਪ੍ਰੋਗਰਾਮ ਉਹ ਸਟਰਕਚਰ ਦੇ ਵਿੱਚ ਲਿਖਿਆ ਤਾਂ ਉਹ ਰਨ ਹੋਏਗਾ, ਜੇ ਉਹ ਸਟਰਕਚਰ ਦੇ ਵਿੱਚ ਨਾ ਲਿਖਿਆ ਤਾਂ ਰਨ ਨਹੀਂ ਹੋਏਗਾ। ਕਲੀਅਰ ਹੈ ਜੀ? ਇਸੇ ਕਰਕੇ ਇਹਨੂੰ ਸਟਰਕਚਰ ਪ੍ਰੋਗਰਾਮਿੰਗ ਲੈਂਗੁਏਜ ਵੀ ਬੋਲਦੇ ਆ। ਹੁਣ ਸਾਰਿਆਂ ਨੇ ਇਹ